हेलो हाय दोस्तों, आज मैं आप सबके लिए डायनामिक मैथ का फर्स्ट चैप्टर जिसमें बेसिक कंसेप्ट है वो लेकर आई हूँ। आपको बताऊंगी कि हम इस पूरी बुक में पूरे डायनामिक में कौन कौन से कंसेप्ट रीड करेंगे। ये वैसे पेपर में तो नहीं आता, बट इससे हमें पता चल जाता है कि हमने क्या क्या चीज़ के बारे में पता होना चाहिए, हमें क्या फाइंड करना है क्या नहीं फाइंड करना। तो स्टार्ट करते हैं। सबसे पहले हमें पता होना चाहिए जो मैकेनिक्स है उसके टू पार्ट्स होते हैं। फर्स्ट इज स्टैटिक्स, सेकंड इज डायनामिक। जो स्टैटिक्स होता है उसमें क्या होता है, जो बॉडीज होती हैं वो रेस्ट पर ही होती है। जब वो रेस्ट पर होती है हमने वेलोसिटी वगैरह फाइंड करनी होती है, जो हमें लास्ट सेमेस्टर में कर चुकी है। अब आता है डायनामिक। डायनामिक में हम मैकेनिक्स की उन ब्रांचेस को रीड करते हैं जहां पर बॉडीज क्या होती है, मोशन में होती है। बॉडी मोशन ਦੇ ਵਿੱਚ ਹੋਣ ਦਾ ਮਤਲਬ ਕੀ ਹੁੰਦਾ ਹੈ, ਅਗਰ ਬੋਡੀ ਜਾਂ ਤਾਂ ਇੱਕ पर्टिकुलर मोशन ਦੇ ਵਿੱਚ ਚੱਲ ਰਹੀ ਹੋਵੇ, ਉਸ ਤੇ ਕੋਈ ਫੋਰਸ ਅਪਲਾਈ ਨਾ ਹੋ ਰਹੀ ਹੋਵੇ, ਜਾਂ ਅਗਰ ਕੋਈ ਬੋਡੀ ਮੇਰੇ ਕੋਲੇ ਪਈ ਹੈ ਉਸ ਤੇ ਕੋਈ ਫੋਰਸ ਅਪਲਾਈ ਹੋ ਰਹੀ ਹੈ ਦੈਨ ਠੀਕ ਹੈ। ਮਤਲਬ अगर अपने कोले कोई बॉडी मोशन ਦੇ ਵਿੱਚ ਚੱਲ ਰਹੀ ਹੈ ਤੇ ਉਸ ਦੇ ਵੀ ਉੱਤੇ ਕੋਈ ਫੋਰਸ ਲੱਗ ਰਹੀ ਹੈ, ਉਹਨੂੰ ਕੀ ਕਹਾਂਗੇ ਆਪਾਂ, ਡਾਇਨਾਮਿਕਸ। ਡਾਇਨਾਮਿਕਸ ਆਪਣੇ ਕੋਲੇ ਦੋ ਤਰ੍ਹਾਂ ਦਾ ਹੁੰਦਾ ਹੈ, ਕਾਇਨਾਮੈਟਿਕਸ, ਕਾਇਨੈਟਿਕਸ। ਕਾਇਨਾਮੈਟਿਕਸ ਕਿਹੜਾ ਹੁੰਦਾ? ਕਾਇਨਾਮੈਟਿਕਸ ਉਹ ਹੁੰਦੇ ਨੇ ਮੋਸ਼ਨਸ ਹੁੰਦੀਆਂ ਨੇ ਬੋਡੀਜ਼ ਜਿਸ ਦੇ ਵਿੱਚ ਵੈਸੇ ਬੋਡੀ ਮੋਸ਼ਨ ਦੇ ਵਿੱਚ ਹੀ ਹੁੰਦੀ ਹੈ ਬਟ ਉਸ ਦੇ ਉੱਤੇ ਕੋਈ ਫੋਰਸ ਅਪਲਾਈ ਨਹੀਂ ਕਰਦੀ ਹੈਗੀ, ਜਿਵੇਂ ਉਸ ਦੇ ਵਿੱਚ ਡਿਸਪਲੇਸਮੈਂਟ, ਵੈਲੋਸਿਟੀ, ਐਕਸਲਰੇਸ਼ਨ, ਟਾਈਮ ਆ ਜਾਂਦੇ ਨੇ। ਕਾਇਨੈਟਿਕਸ ਕਿਹੜੀਆਂ ਹੁੰਦੀਆਂ ਨੇ? ਇਸ ਦੇ ਵਿੱਚ ਆਪਾਂ ਉਹ ਬੋਡੀਜ਼ ਨਾਲ ਡੀਲ ਕਰਦੇ ਹਾਂ ਜਿਸ ਦੇ ਉੱਤੇ ਫੋਰਸ ਅਪਲਾਈ ਹੁੰਦੀ ਹੈ। ਰੈਸਟ ਐਂਡ ਮੋਸ਼ਨ ਕੀ ਹੋਇਆ? ਰੈਸਟ ਉਹ ਹੁੰਦਾ ਜਿੱਥੇ ਬੋਡੀ ਰੈਸਟ ਦੇ ਵਿੱਚ ਹੋਵੇ, ਮਤਲਬ ਹਿੱਲੇ ਨਾ। ਰੈਸਟ ਦਾ ਮਤਲਬ ਵੀ ਵੈਸੇ ਵੀ ਆਰਾਮ ਹੁੰਦਾ। ਰੈਸਟ ਦੇ ਵਿੱਚ ਕਿਦੋਂ ਹੋਗੀ ਬੋਡੀ? ਜਦੋਂ ਉਹ ਆਪਣੀ ਪੋਜੀਸ਼ਨ ਚੇਂਜ ਨਾ ਕਰੇ। ਮੋਸ਼ਨ ਕੀ ਹੁੰਦਾ? ਜਦੋਂ ਬੋਡੀ सेम टाइम ਦੇ ਨਾਲ मोशन ਦੇ ਵਿੱਚ ਮਤਲਬ ਚੇਂਜ ਹੁੰਦੀ ਜਾਵੇ। ਦੇਖੋ, a body is said to be at rest if it does not change its position relative to its surrounding with the time। टाइम ਦੇ ਚੇਂਜ ਹੋਣ ਦੇ ਨਾਲ ਅਗਰ ਆਪਣੀ ਪੋਜੀਸ਼ਨ ਚੇਂਜ ਨਹੀਂ ਕਰ ਰਹੀ ਰੈਸਟ, ਅਗਰ ਟਾਈਮ ਦੇ ਚੇਂਜ ਹੋਣ ਦੇ ਨਾਲ ਬੋਡੀ ਚੇਂਜ ਹੋ ਰਹੀ ਹੈ ਦੈਨ ਉਹ ਕੀ ਹੈ, ਮੋਸ਼ਨ ਦੇ ਵਿੱਚ। ਪਾਥ ਕੀ ਹੈ? ਪਾਥ ਜਿੱਥੇ ਬੋਡੀ ਕੀ ਹੈ, ਮੂਵ ਕਰ ਰਹੀ ਹੈ, ਜਿਹੜਾ ਡਿਸਟੈਂਸ ਜਾਂ ਡਿਸਪਲੇਸਮੈਂਟ ਉਹਨੇ ਟਰੈਵਲ ਕੀਤਾ ਉਹ ਕੀ ਹੁੰਦਾ? ਪਾਥ। ਪਾਥ ਦੋ ਤਰ੍ਹਾਂ ਦਾ ਹੁੰਦਾ, ਰੈਕਟੀਲੀਨੀਅਰ, ਕਰਵੀਲੀਨੀਅਰ। ਰੈਕਟੀਲੀਨੀਅਰ ਕਿਹੜਾ ਹੁੰਦਾ? ਅਗਰ ਕੋਈ ਵੀ ਬੋਡੀ ਜਿਹੜਾ ਪਾਥ ਟਰੈਵਲ ਕਰ ਰਹੀ ਹੈ ਇੱਕ ਸਟ੍ਰੇਟ ਲਾਈਨ ਦੀ ਫੋਰਮ ਦੇ ਵਿੱਚ ਦੈਨ ਕੀ ਹੁੰਦਾ? ਰੈਕਟੀਲੀਨੀਅਰ। ਕਰਵੀਲੀਨੀਅਰ ਕੀ ਹੁੰਦਾ? ਅਗਰ ਕੋਈ ਵੀ ਬੋਡੀ ਉਸਦਾ ਪਾਥ ਹੈ ਜਿਹੜਾ ਕਿ ਮੋਸ਼ਨ ਕੀ ਹੈ, ਕਰਵ ਦੇ ਵਿੱਚ ਫੋਲੋ ਕਰ ਰਹੀ ਹੈ, ਮਤਲਬ ਪਾਰਟੀਕਲ ਉਰੋਂ ਲੱਗਿਆ ਸੀ ਕਰਵ ਦੇ ਵਿੱਚ ਜਾ ਰਿਹਾ ਦੈਨ ਉਹ ਕੀ ਹੋਊਗਾ? ਕਰਵੀਲੀਨੀਅਰ। ਪੋਜੀਸ਼ਨ ਕੀ ਹੁੰਦੀ ਹੈ? ਜਿੱਥੇ ਉਹ ਪਾਰਟੀਕਲ ਜਾ ਕੇ ਰੁਕ ਗਿਆ ਕਿਸੇ ਗਿਵਨ ਟਾਈਮ ਤੇ। ਆਪਣੇ ਕੋਲੇ ਪਾਰਟੀਕਲ ਉਰੇ ਚੱਲ ਰਿਹਾ ਸੀ, ਮੇਰੇ ਕੋਲੇ ਉਰੇ T1 ਹੈ, T1 ਤੇ ਉਹਨੇ ਕਿੰਨਾ ਡਿਸਟੈਂਸ ਉਰੇ, ਉਸ ਸਪੈਸ਼ਲ ਟਾਈਮ ਤੇ ਪਾਰਟੀਕਲ ਕਿੱਥੇ ਆ ਉਹਨੂੰ ਕੀ ਕਹਿੰਦੇ ਆ? ਉਸਦੀ ਪੋਜੀਸ਼ਨ। ਡਿਸਪਲੇਸਮੈਂਟ ਕੀ ਹੁੰਦੀ ਹੈ? ਅਗਰ ਮੇਰਾ ਪਾਰਟੀਕਲ ਉਰੋਂ ਚੱਲਿਆ ਸੀ, ਮਤਲਬ O to A ਚੱਲਿਆ ਸੀ ਦੈਨ ਉਰੇ ਤੱਕ ਡਿਸਪਲੇਸਮੈਂਟ। ਅਗਰ ਉਹ ਵਾਪਸ O ਤੇ ਹੀ ਆ ਗਿਆ ਦੈਨ ਡਿਸਪਲੇਸਮੈਂਟ ਕੀ ਹੁੰਦੀ ਹੈ? ਜ਼ੀਰੋ ਹੁੰਦੀ ਹੈ। ਮਤਲਬ ਇਸ ਦੇ ਵਿੱਚ ਆਪਾਂ ਟੋਟਲ ਡਿਸਟੈਂਸ ਨਹੀਂ ਦੇਖਾਂਗੇ, ਸਿਰਫ ਇਹ ਦੇਖਾਂਗੇ ਪਾਰਟੀਕਲ ਕਿੱਥੇ ਤੋਂ ਕਿੱਥੇ ਤੱਕ ਚੱਲਿਆ ਸੀ, ਚਾਹੇ ਉਸ ਤੋਂ ਬਾਅਦ ਉਰੇ ਗਿਆ ਹੋਵੇ ਚਾਹੇ ਫੇਰ ਵਾਪਸ ਆ ਗਈ, ਇਸਦਾ ਮਤਲਬ ਉਹਨੇ ਸਿਰਫ ਇੰਨੀ ਕੁ ਡਿਸਪਲੇਸਮੈਂਟ ਕੀਤੀ ਹੈ। ਠੀਕ ਹੈ। ਨੈਕਸਟ ਹੈ ਆਪਣੇ ਪਾਸ ਵੈਲੋਸਿਟੀ। ਵੈਲੋਸਿਟੀ ਕੀ ਹੁੰਦਾ? ਰੇਟ ਆਫ ਚੇਂਜ ਆਫ ਡਿਸਪਲੇਸਮੈਂਟ ਵਿਦ ਰਿਸਪੈਕਟ ਟੂ ਟਾਈਮ। ਮਤਲਬ ਟਾਈਮ ਦੇ ਵਿੱਚ ਉਹਨੇ ਕਿੰਨਾ ਡਿਸਟੈਂਸ ਜਾਂ ਡਿਸਪਲੇਸਮੈਂਟ ਕੀਤੀ ਹੈ ਉਹ ਕੀ ਹੁੰਦੀ ਹੈ ਆਪਣੇ ਕੋਲੇ? ਵੈਲੋਸਿਟੀ। dx/dt। ਕਿੰਨੀ ਡਿਸਪਲੇਸਮੈਂਟ ਦੇ ਨਾਲ ਉਹਨੇ ਕਿੰਨੇ ਵਿਦ ਰਿਸਪੈਕਟ ਟੂ ਟਾਈਮ ਦੇ ਨਾਲ ਕੀਤੀ ਹੈ ਉਹ ਕੀ ਹੋਗੀ? ਵੈਲੋਸਿਟੀ। ਸਪੀਡ ਕੀ ਹੁੰਦੀ ਹੈ? ਮੈਗਨੀਟਿਊਡ ਆਫ ਵੈਲੋਸਿਟੀ। ਆਪਣੇ ਕੋਲੇ ਜਿਹੜੀ ਵੈਲੋਸਿਟੀ ਹੈ ਉਹ ਡਾਇਰੈਕਸ਼ਨ ਵੀ ਦੱਸਦੀ ਹੈ ਤੇ ਮੈਗਨੀਟਿਊਡ ਵੀ ਦੱਸਦੀ ਹੈ। ਡਾਇਰੈਕਸ਼ਨ ਮਤਲਬ ਉਹ ਅੱਗੇ ਜਾ ਰਿਹਾ ਪਿੱਛੇ ਜਾ ਰਿਹਾ, ਮੈਗਨੀਟਿਊਡ ਕਿੰਨਾ ਅੱਗੇ ਪਿੱਛੇ ਜਾ ਰਿਹਾ। ਬਟ ਜਿਹੜੀ ਸਪੀਡ ਹੁੰਦੀ ਹੈ ਉਹ ਸਿਰਫ ਆਪਾਂ ਨੂੰ ਮੈਗਨੀਟਿਊਡ ਦੱਸਦੀ ਹੈ। ਠੀਕ ਹੈ। ਡਾਇਰੈਕਸ਼ਨ ਨਹੀਂ ਦੱਸਦੀ ਕਿੱਧਰ ਜਾ ਰਹੀ ਹੈ। ਆਪਾਂ ਨੂੰ ਪਤਾ ਹੈ ਡਿਸਟੈਂਸ ਇਜ਼ ਇਕੁਅਲ ਟੂ, ਆਪਾਂ ਨੂੰ ਪਤਾ ਹੈ ਸਪੀਡ ਇਜ਼ ਇਕੁਅਲ ਟੂ ਡਿਸਟੈਂਸ ਅਪੋਨ ਟਾਈਮ। ਜਿਹੜੀ ਸਪੀਡ ਹੈ ਜ਼ੀਰੋ ਵੀ ਹੋ ਸਕਦੀ ਹੈ, ਪੋਜ਼ਿਟਿਵ ਵੀ ਹੋ ਸਕਦੀ ਹੈ ਬਟ ਨੈਗੇਟਿਵ ਨਹੀਂ ਹੋ ਸਕਦੀ। ਐਵਰੇਜ ਸਪੀਡ ਕੀ ਹੋਈ? ਐਵਰੇਜ ਸਪੀਡ ਕੀ ਹੁੰਦੀ ਹੈ? ਟੋਟਲ ਡਿਸਟੈਂਸ ਅਪੋਨ ਟੋਟਲ ਟਾਈਮ। ਜਿੰਨਾ ਉਹਨੇ ਡਿਸਟੈਂਸ ਕਵਰ ਕੀਤਾ, ਡਿਸਟੈਂਸ ਨੋਟ ਅ ਡਿਸਪਲੇਸਮੈਂਟ ਅਪੋਨ ਟੋਟਲ ਟਾਈਮ। ਯੂਨੀਫਾਰਮ ਵੈਲੋਸਿਟੀ ਕੀ ਹੋਇਆ? ਯੂਨੀਫਾਰਮ ਦਾ ਮਤਲਬ ਕੀ ਹੁੰਦਾ? ਕੌਨਸਟੈਂਟ, ਜਾਂ ਜਿਹੜੀ ਚੀਜ਼ ਨਾ ਚੇਂਜ ਹੋਵੇ। ਮਤਲਬ ਯੂਨੀਫਾਰਮ ਵੈਲੋਸਿਟੀ ਦਾ ਉਹ
ਅਗਰ ਇੱਕ ਪਾਰਟੀਕਲ ਉਰੋਂ ਤੋਂ ਲੈ ਕੇ ਵੈਲੋਸਿਟੀ t1 ਟਾਈਮ ਦੇ ਵਿੱਚ ਵੈਲੋਸਿਟੀ ਕਵਰ ਕਰ ਰਿਹਾ 3 ਮੀਟਰ ਪਰ ਸੈਕਿੰਡ ਸਕੁਅਰ, ਤੇ ਨੈਕਸਟ ਸੈਕਿੰਡ ਦੇ ਵਿੱਚ ਵੀ ਉਹ ਵੈਲੋਸਿਟੀ ਸੇਮ ਕਰ ਰਿਹਾ, ਮਤਲਬ ਟਾਈਮ ਤੇ ਚੇਂਜ ਹੋਣ ਦੇ ਨਾਲ ਉਹ ਆਪਣੀ ਵੈਲੋਸਿਟੀ ਵੀ ਸੇਮ ਰੱਖੇ, ਉਹਨੂੰ ਕੀ ਕਹਿੰਦੇ ਆਪਾਂ ਯੂਨੀਫਾਰਮ ਵੈਲੋਸਿਟੀ। ਇਸ ਦਾ SI ਯੂਨਿਟ ਕੀ ਹੁੰਦਾ ਮੀਟਰ ਪਰ ਸੈਕਿੰਡ ਸਕੁਅਰ। एक्सेलरेशन की दी रेट ऑफ चेंज ऑफ वेलोसिटी विद रिस्पैक्ट टू टाइम, वेलोसिटी दे टाइम ते चेंज होने दे नाल वेलोसिटी दे विच कितना चेंज हो रहा है उसके रेट दे विच उहनूं की कहंदे एक्सेलरेशन। अगर अपने कोल एक्सेलरेशन नैगेटिव आती है दैन वो की हुंदा रिटार्डेशन का कंसैप्ट बन जाता है। इस तो बाद अपने कोल यूनीफॉर्म एक्सेलरेशन की हुंदी है, मतलब टाइम ते चेंज होने देना अपने को एक्सेलरेशन चेंज ना हो की कहांगे यूनीफॉर्म एक्सेलरेशन। इस तो बाद आती एक्सप्रैशनस, ये याद रखने की लोड़ नहीं, बस सीधा ये याद रखने आपको पता है वेलोसिटी की होंगी है रेट ऑफ चेंज ऑफ डिसप्लेसमेंट अपॉन टाइम, S की होंगी है डिसप्लेसमेंट, T की होंगी है टाइम। दैन आंदा एक्सप्रैशनस ऑफ एक्सेलरेशन, ये की होंगी है दी रेट ऑफ दी चीज़ ऑफ दी वेलोसिटी विद रिस्पैक्ट टू टाइम। आप v नूं ds/dt भी लिखते हैं तो सैकेंड डेरीवेटिव अगर डिसप्लेसमेंट का विद रिस्पैक्ट टू टाइम कर देंगे दैन ए की भी आ जाऊगा अपने कोल एक्सेलरेशन। इस तो बाद अपने बेसिक कॉन्सैप्ट्स खत्म होंगे ने, जस्ट आपने आ चीज़ों वास्ते आपको पता होना चाहिए कि वेलोसिटी की होंगी है, एक्सेलरेशन की होंगी है, डिसप्लेसमेंट की होंगी है। एक हाँ एक इनिशियल वेलोसिटी होंगी है जिन्होंने आप यू दे नाल रिप्रजेंट करते हैं, एक फाइनल वेलोसिटी होंगी है जिन्होंने आप वी दे नाल रिप्रजेंटेशन करते हैं। इनिशियल मतलब जिथों पॉइंट शुरू होया, फाइनल मतलब जिथे जाके पार्टिकल अपने कोले रुक गया, ठीक है। आ पाया यू होंगी है, आ की होंगी है वी होंगी है। अगर आप मीटर पर सैकेंड दे विच देख रहे हैं दैन वेलोसिटी मीटर पर सैकेंड स्केयर होंदा है, सॉरी मीटर पर सैकेंड होंदा है, एक्सेलरेशन की होंदा मीटर पर सैकेंड दी स्केयर, पर जो डिस्टेंस है वो मीटर च होना चाहिए। अगर तुम सेंटीमीटर किलोमीटर च देख रहे हो दैन तुम देख सकते हो पिछे आपां SI यूनिट्स दित्तियां होईयां ने, सिस्टम दिता होया यूनिट्स का पूरा आपां पता चल पू। इसके क्वेश्चनस करने की लोड़ नहीं हैगी, पेपर दे विच आते नहीं होंदे, ठीक है। ये अपने बेसिक कॉन्सैप्ट सी। आने वाली सूँ वीडियो देखनी पैणगी, सूँ सारे क्वेश्चन की एक क्वेश्चन सॉल्व किया होया मेरे चैनल दे विच मिलूगा, इसलिए आने वाली वीडियोज़ नूं देखने के लिए मेरे चैनल नूं सबसक्राइब करना मत भूलना, तो मैनूं जरूर दस्सिओ सूँ ये वीडियो किवें लगी। थैंक यू।